स्वागत है जी सारिਆਂ ਦਾ फेसबुक लाइव ਦੇ ਵਿੱਚ। सब तो पहला सुनेहा 22 सितंबर खन्ना 1000 स्पाइसेस होटल दी बैंकुट हॉल ਦੇ ਵਿੱਚ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਬਣਿਆ ਹੋਇਆ ਜੀ। ਇਹ ਆਪਾਂ ਜੋ ਮਾਸਟਰ ਰਾਈਟਿੰਗ ਕਲਾਸ ਰੱਖਣ ਜਾ ਰਹੇ ਹਾਂ, ਕੰਪਲੀਮੈਂਟਰੀ ਹੈ ਜੀ। ਇਹ ਇੱਕ ਪ੍ਰਮੋਸ਼ਨਲ ਐਕਟੀਵਿਟੀ ਆ ਕੰਪਨੀ ਦੀ, ਜਿਹਦੇ ਵਿੱਚ ਨਾਲੇ ਫਲ ਨਾਲੇ ਫਲੀਆਂ ਵਾਲੀ ਗੱਲ ਹੋ ਜਾਂਦੀ ਹੈ ਕਿ ਸਟੂਡੈਂਟਸ ਨੂੰ ਇੱਕ ਮੌਕਾ ਮਿਲ ਜਾਂਦਾ ਕੁਛ ਸਿੱਖਣ ਦਾ, ਐਂਡ ਸਾਡਾ ਥੋੜ੍ਹਾ ਜਿਹਾ ਕੰਪਨੀ ਦੀ ਪ੍ਰਮੋਸ਼ਨ ਵੀ ਹੋ ਜਾਂਦੀ ਹੈ, ਐਂਡ ਸਾਨੂੰ ਉਹਦਾ ਬੈਨੀਫਿਟ ਵੀ ਬਹੁਤ ਹੁੰਦਾ। ਸੋ ਉਹ ਜੋ ਐਕਟੀਵਿਟੀ ਅਸੀਂ ਰੱਖਣ ਜਾ ਰਹੇ ਹਾਂ 1000 ਸਪਾਈਸਿਸ ਹੋਟਲ ਦੇ ਵਿੱਚ, ਇੱਕ ਰਾਈਟਿੰਗ ਕਲਾਸ ਰੱਖਣ ਜਾ ਰਹੇ ਹਾਂ 2 ਘੰਟੇ ਦੀ, ਜਿਹਦੇ ਵਿੱਚ ਹਰ ਇੰਸਟੀਚਿਊਟ ਨਾਲ ਸੰਬੰਧਿਤ ਸਟੂਡੈਂਟ, ਭਾਵੇਂ ਉਹ ਕਿਸੇ ਵੀ ਇੰਸਟੀਚਿਊਟ 'ਚ ਐਜੂਕੇਸ਼ਨ ਲੈ ਰਿਹਾ, ਆਪਦੀ ਟ੍ਰੇਨਿੰਗ ਕਰ ਰਿਹਾ, ਵੈਲਕਮ ਆ ਜੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਉੱਥੇ ਪਹੁੰਚ ਸਕਦੇ ਹੋ। ਰਜਿਸਟ੍ਰੇਸ਼ਨ ਪਰ ਸਾਡੇ ਆਫਿਸ ਜਾ ਕੇ ਕਰਵਾ ਲਓ, ਫ੍ਰੀ ਆਫ ਕਾਸਟ ਉਹ ਰਜਿਸਟ੍ਰੇਸ਼ਨ ਆ। ਇੱਕ ਫਾਰਮ ਭਰਾਂਗੇ, ਤੁਹਾਡੀ ਫੋਟੋ ਚਾਹੀਦੀ ਹੋਊਗੀ ਸਾਨੂੰ, ਤੁਹਾਨੂੰ ਇੱਕ ਕਾਰਡ ਇਸ਼ੂ ਹੋਊਗਾ, ਉਸ ਕਾਰਡ ਦੇ ਉੱਤੇ ਹੀ ਐਂਟਰੀ ਹੋਊਗੀ। ਲਿਮਿਟਡ ਸੀਟਸ ਰੱਖਦੇ ਹਾਂ ਕਿਉਂਕਿ ਉਨੇ ਕੁ ਲੋਕ ਹੀ ਅਸੀਂ ਰਜਿਸਟਰਡ ਕਰਦੇ ਹਾਂ ਜਿੰਨੇ ਕੁ ਨੂੰ ਅਸੀਂ ਅਕੋਮੋਡੇਟ ਕਰ ਸਕੀਏ, ਪ੍ਰੋਪਰ ਤਰੀਕੇ ਨਾਲ ਪੜ੍ਹਾਇਆ ਜਾ ਸਕੇ। ਸੋ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਆਪਦੀਆਂ ਸੀਟਸ ਰਿਜ਼ਰਵ ਕਰਾ ਲਓ, ਜਾ ਕੇ ਆਪਣੇ ਆਫਿਸ ਦੇ ਵਿੱਚ ਚਲੇ ਜਾਓ, ਉੱਥੇ ਜਾ ਕੇ ਫਾਰਮ ਫਿਲ ਕਰ ਲਓ। ਆਪਣਾ ਆਫਿਸ GTB ਮਾਰਕੀਟ ਦੇ ਵਿੱਚ ਬਣਿਆ ਹੋਇਆ, ਸ਼ਾਪ ਨੰਬਰ 20 GTB ਮਾਰਕੀਟ। ਐਂਡ ਇੱਕ ਕਲਾਸ ਦੀ, ਇਸ ਕਲਾਸ ਦੀ ਜਿਹੜੀ ਰਜਿਸਟ੍ਰੇਸ਼ਨ ਦੀ ਲਾਸਟ ਡੇਟ ਉਹ 18 ਵਾ, ਐਂਡ ਕਲਾਸ ਜਾਣੀ ਹੈ 22 ਤਰੀਕ ਨੂੰ, ਐਂਡ ਤੁਸੀਂ ਉਹਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਾ ਕੇ। ਅਗਲਾ ਜਿਹੜਾ ਕੁਐਸਚਨ ਆ ਮੈਂ ਤੁਹਾਡੇ ਨਾਲ ਅਗਲਾ ਜਿਹੜਾ ਟੌਪਿਕ ਆ, ਲਗਾਤਾਰ ਜਦੋਂ ਮੈਂ ਲਾਈਵ ਹੁੰਦਾ ਤਾਂ ਮੈਂ ਜਦੋਂ ਲਾਈਵ ਦੇ ਉਸ ਟਾਈਮ 'ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਕੋਮੈਂਟਸ ਵੱਲ ਘੱਟ ਧਿਆਨ ਦਿੰਦਾ, ਕਿਉਂਕਿ ਮੇਰੀ ਤੁਹਾਡੇ ਨਾਲ ਵੀ ਇਹੀ ਬੇਨਤੀ ਹੁੰਦੀ ਹੈ ਕਿ ਜਦੋਂ ਮੈਂ ਲਾਈਵ ਹੁੰਦਾ ਉਹਨਾਂ ਕੋਸ਼ਿਸ਼ ਕਰ ਲਿਆ ਕਰੋ ਕਿ 5, 7, 10 ਮਿੰਟ ਮੈਂ ਲਾਈਵ ਹੋਣਾ ਹੁੰਦਾ, ਉਦੋਂ ਧਿਆਨ ਨਾਲ ਸੁਣ ਲਿਆ ਕਰੋ। ਕਈ ਵਾਰੀ ਆਪਦੇ ਵੱਲੋਂ ਮੇਰੀ ਪੂਰੀ ਟਰਾਈ ਹੁੰਦੀ ਹੈ ਕਿ ਕੁਛ ਨਾ ਕੁਛ ਅਵੇਅਰ ਕਰਨ ਵਾਲਾ, ਕੁਛ ਨਾ ਕੁਛ ਨਵਾਂ ਤੁਹਾਨੂੰ ਸਭ ਨੂੰ ਦੱਸ ਸਕਾਂ ਜਿੰਨੀ ਕੁ ਮੈਨੂੰ ਨੌਲੇਜ ਹੁੰਦੀ ਹੈ। ਐਂਡ ਜੋ ਮੇਰਾ ਫਸਟ ਟੌਪਿਕ ਆ ਅੱਜ, ਜੋ ਮੈਂ ਟੌਪਿਕ ਰੱਖ ਰਿਹਾ ਐਜ਼ ਪਰ ਦਾ ਰਿਕੁਆਇਰਮੈਂਟ, ਜਿਵੇਂ ਜਿਵੇਂ ਲੋਕਾਂ ਨੇ ਇਹ ਮੈਸੇਜ ਆਏ ਨੇ, ਜਿਵੇਂ ਜਿਵੇਂ ਮੇਰੇ ਕੋਲੋਂ ਸਵਾਲ ਪੁੱਛੇ ਗਏ ਨੇ, ਸਭ ਤੋਂ ਵੱਧ ਸਵਾਲ ਜਿਹੜੇ ਮੈਨੂੰ ਆਉਂਦੇ ਨੇ ਉਹ ਓਪਨ ਵਰਕ ਪਰਮਿਟ ਨਾਲ ਆਉਂਦੇ ਨੇ। ਐਂਡ ਮੈਂ ਉਹ ਸਾਰੇ ਕੁਐਸਚਨਸ ਚੱਕ ਲਏ ਸੀ, ਅੱਜ ਮੈਂ ਉਹਨਾਂ ਸਾਰਿਆਂ ਦੇ ਆਨਸਰਸ ਦਊਂਗਾ। ਅਤੇ ਐਂਡ ਮੇਰੇ ਜਿਹੜੇ ਆਨਸਰਸ ਹੁੰਦੇ ਨੇ ਉਹ ਬਾਹਲੇ ਜ਼ਿਆਦਾ ਲਾਈਕ ਕੰਪਲੀਕੇਟਡ ਨਹੀਂ ਹੁੰਦੇ। ਮੈਂ ਬਾਹਲਾ ਜ਼ਿਆਦਾ ਰੂਲਸ ਐਂਡ ਰੈਗੂਲੇਸ਼ਨਸ ਨੂੰ, ਉਹਨਾਂ ਦੇ ਜਾਰਗਨਸ ਵਰਤ ਕੇ ਤੁਹਾਨੂੰ ਇੰਪਰੈਸ ਕਰਨ ਦੇ ਲਈ ਨਹੀਂ, ਉਹ ਇੱਕ ਪ੍ਰੋਪਰ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਸਿੰਪਲ ਸਮਝਾਊਂਗਾ ਸਾਰੀ ਗੱਲ। ਐਂਡ ਆਪਾਂ ਉਹਨਾਂ ਚੀਜ਼ਾਂ ਨੂੰ ਪੱਲੇ ਬੰਨ੍ਹ ਲੈਣਾ ਆ ਜਦੋਂ ਆਪਾਂ ਆਪਦਾ ਕਿ ਕੇਸ ਪ੍ਰੋਸੈਸ ਕਰਵਾਉਣਾ, ਜਿੱਥੋਂ ਮਰਜ਼ੀ ਕਰਵਾਉਣਾ ਮੈਟਰ ਨਹੀਂ ਕਰਦਾ। ਪਰ 2-4 ਗੱਲਾਂ ਮੇਰੀਆਂ ਜਿਹੜੀਆਂ ਪਹਿਲਾਂ ਧਿਆਨ 'ਚ ਰੱਖਣੀਆਂ ਨੇ। ਮੈਂ ਇਹ ਨਹੀਂ ਕਹਿੰਦਾ 3 ਬੰਦੇ ਜਦੋਂ ਤੁਸੀਂ ਹਾਇਰ ਕਰਨੇ ਆ, ਡਾਕਟਰ, ਵਕੀਲ ਅਤੇ ਆਪਦਾ ਐਜੂਕੇਸ਼ਨ ਜਾਂ ਇਮੀਗ੍ਰੇਸ਼ਨ ਕੰਸਲਟੈਂਟ, ਉਹ ਹਾਇਰ ਕਰਨਾ ਆ ਜਿਹਦੇ ਨਾਲ ਤੁਸੀਂ ਬੈਠ ਕੇ ਵਾਰਤਾਲਾਪ ਕਰ ਸਕੋ, ਜਿਹਦੇ ਨਾਲ ਤੁਸੀਂ ਬੈਠ ਸਕੋ ਫੇਸ ਟੂ ਫੇਸ। ਜੇ ਤੁਹਾਡਾ ਕੇਸ ਇੰਡੀਆ ਤੋਂ ਪ੍ਰੋਸੈਸ ਹੋ ਰਿਹਾ ਐਂਡ ਤੁਸੀਂ ਕੈਨੇਡਾ ਬੈਠੇ ਹੋ ਫਿਰ ਵੀ ਪ੍ਰੋਬਲਮ ਆ, ਐਂਡ ਤੁਹਾਡਾ ਕੇਸ ਕੈਨੇਡਾ ਤੋਂ ਪ੍ਰੋਸੈਸ ਹੋ ਰਿਹਾ, ਤੁਸੀਂ ਇੰਡੀਆ ਬੈਠੇ ਹੋ, ਫਿਰ ਵੀ ਪ੍ਰੋਬਲਮ ਆ। ਠੀਕ ਹੈ ਜੀ। ਇਸ ਲਈ ਪਲੀਜ਼ ਕੋਸ਼ਿਸ਼ ਕਰਨੀ ਆ, ਧਿਆਨ ਰੱਖਣਾ ਆ, ਜਦੋਂ ਵੀ ਆਪਦਾ ਜਿਹੜੇ ਬੰਦੇ ਨੂੰ ਤੁਸੀਂ ਹਾਇਰ ਕਰਨਾ ਆ ਉਹਨੂੰ ਤੁਸੀਂ ਮਿਲ ਸਕੋ, ਉਹਨਾਂ ਨਾਲ ਬੈਠ ਕੇ ਗੱਲਬਾਤ ਕਰ ਸਕੋ, ਤਾਂ ਜੋ ਤੁਹਾਡਾ ਕਮਿਊਨੀਕੇਸ਼ਨ ਗੈਪ ਨਾ ਹੋਵੇ। ਇਹ ਬੜੀ ਪ੍ਰੋਬਲਮ ਕ੍ਰੀਏਟ ਕਰਦਾ। ਇੱਕ ਤਾਂ ਆਪਾਂ ਇੱਧਰ ਬੈਠੇ ਹੁੰਦੇ ਹਾਂ, ਬਾਹਰੋਂ ਕੇਸ ਲਵਾ ਲੈਂਦੇ ਹਾਂ, ਆਪਾਂ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਗਲਾ ਆਪਦੇ ਆਫਿਸ ਦੇ ਵਿੱਚ ਬਿਜ਼ੀ ਹੁੰਦਾ ਉਸ ਟਾਈਮ 'ਤੇ, ਦਿਨ ਰਾਤ ਦਾ ਜਿਹੜਾ ਫਰਕ ਆ ਉਹ ਅਲੱਗ ਆ। ਫਿਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਪ੍ਰੋਪਰ ਸਰਵਿਸਿਜ਼ ਨਹੀਂ ਮਿਲੀਆਂ। ਠੀਕ ਆ ਜੀ। ਇਸ ਲਈ ਕੋਈ ਐਂ ਨਹੀਂ ਹੈਗਾ ਵੀ ਜਿਹੜੇ ਕੈਨੇਡਾ ਬੈਠ ਕੇ ਕੰਮ ਕਰਦੇ ਨੇ ਉਹਨਾਂ ਕੋਲ ਕੋਈ ਜਾਦੂ ਮੰਤਰ ਆ। ਕੇਸ ਤਾਂ ਅੰਬੈਸੀ ਨੇ ਡੀਲ ਕਰਨਾ ਹੁੰਦਾ ਹੈਗਾ। ਜਿਹਨੂੰ ਵੀ ਕੰਮ ਕਰਨਾ ਆਉਂਦਾ ਵਧੀਆ ਤਰੀਕੇ ਨਾਲ, ਭਾਵੇਂ ਉਹ ਇੰਡੀਆ ਬੈਠ ਕੇ ਕੰਮ ਕਰਦਾ, ਭਾਵੇਂ ਉਹ ਸ਼੍ਰੀਲੰਕਾ ਬੈਠ ਕੇ ਕੰਮ ਕਰਦਾ, ਭਾਵੇਂ ਉਹ ਕੈਨੇਡਾ ਬੈਠ ਕੇ ਕੰਮ ਕਰਦਾ, ਉਹ ਵਧੀਆ ਤਰੀਕੇ ਨਾਲ ਹੀ ਕਰ ਸਕਦਾ, ਕਿਉਂਕਿ ਕੰਪਨੀ ਨਹੀਂ ਮੈਟਰ ਕਰਦੀ। CIC ਦੇ ਰੂਲਸ, ਨਾ ਤਾਂ ਕੋਈ ਕੰਪਨੀ ਦਾ ਬੰਦਾ ਮੈਂ ਬਣਾਉਣਾ, ਨਾ ਕੋਈ ਕੈਨੇਡਾ ਬੈਠ ਕੇ ਬਣਾਉਂਦਾ, ਨਾ ਕੋਈ ਆਸਟ੍ਰੇਲੀਆ ਬੈਠ ਕੇ ਬਣਾਉਂਦਾ। ਇਹ ਤਾਂ ਜਿਹੜੇ CIC ਦੇ ਜਾਂ ਕਿਸੇ ਵੀ ਹਾਈ ਕਮਿਸ਼ਨ ਦੇ ਰੂਲਸ ਉੱਥੋਂ ਦੀਆਂ ਸਰਕਾਰਾਂ ਬਣਾਉਂਦੀਆਂ ਨੇ, ਐਂਡ ਆਪਣਾ ਜਿਹੜਾ ਕੰਮ ਹੁੰਦਾ ਉਹਨਾਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਅੱਗੇ ਕੇਸ ਨੂੰ ਪ੍ਰੋਸੈਸ ਕਰਨਾ ਹੁੰਦਾ। ਹਾਂਜੀ, ਜਿਵੇਂ ਲਗਾਤਾਰ ਮੈਨੂੰ ਕੁਐਸਚਨਸ ਆ ਰਿਹਾ, ਮੈਂ ਆ ਰਿਹਾ ਉਹਨਾਂ ਸਾਰੀਆਂ ਚੀਜ਼ਾਂ 'ਤੇ ਆ ਰਿਹਾ। ਤੁਹਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਇਹਦੇ ਵਿੱਚ ਹੀ ਨੇ। ਸਭ ਤੋਂ ਪਹਿਲੇ ਜਿਹੜਾ ਸਭ ਤੋਂ ਜ਼ਰੂਰੀ ਸਵਾਲ ਪੁੱਛਿਆ ਜਾਂਦਾ, ਐਂਡ ਸਭ ਤੋਂ ਵੱਧ ਤਾਦਾਦ ਦੇ ਵਿੱਚ ਪੁੱਛਿਆ ਜਾਂਦਾ, ਪ੍ਰੋਸੈਸਿੰਗ ਟਾਈਮ ਆ। ਦੇਖੋ, ਪ੍ਰੋਸੈਸਿੰਗ ਟਾਈਮ CIC ਦੀ ਸਾਈਟ 'ਤੇ ਜਾ ਕੇ ਦੇਖਾਂਗੇ 3.5 ਮਹੀਨੇ ਲਿਖਿਆ ਹੋਇਆ। ਹੁਣ 3.5 ਮਹੀਨੇ ਤੋਂ ਪਹਿਲਾਂ ਵੀ ਕੇਸ ਨਿਕਲ ਜਾਂਦੇ ਨੇ, ਰਿਜ਼ਲਟ ਉਹਨਾਂ ਦੇ ਪਹਿਲਾਂ ਵੀ ਆ ਜਾਂਦੇ ਨੇ, ਪ੍ਰੋਲੋਂਗ ਵੀ ਚਲਿਆ ਜਾਂਦਾ। ਕਿਉਂ?
क्योंकि जदों फाइल एक इमीग्रेशन कंसलटेंट ने या तुहाडे रिप्रैजेंटेटिव ने रेडी करके VFS देती या ऑनलाइन लॉज करती, उस तो बाद दो जणिਆਂ ਨੂੰ ही ਉਹਦਾ सारा एक्चुअल ਦੇ ਵਿੱਚ पता ਹੁੰਦਾ भी ਉਹਦੇ ਨਾਲ होना की आ। एक तो ਐਮਬੈਸੀ ऑफिसर ਨੂੰ, दूजा ਸਾਡੇ ਵਾਹਿਗੁਰੂ ਨੂੰ, तीसरा किसी बंदे ਨੂੰ नहीं पता ਹੁੰਦਾ। क्या सराइयां ਹੁੰਦੀਆਂ ਨੇ। ਤੁਸੀਂ ਜਿਹੜੀ ਸਾਈਡ ਤੋਂ ਪੜ੍ਹਦੇ ਆ, ਅਸੀਂ ਵੀ ਉਸੇ ਸਾਈਡ ਤੋਂ ਪੜ੍ਹਦੇ ਆ। ਜੇ 3.5 ਮਹੀਨੇ ਲਿਖਿਆ ਅਪਰੋਕਸੀਮੇਟਲੀ ਉਹਦੇ ਦੌਰਾਨ ਤੁਹਾਡੇ ਕੇਸ ਨੂੰ ਪ੍ਰੋਸੈਸ ਕਰ ਦਿੱਤਾ ਜਾਂਦਾ। मैं कल भी तुहानूं दस्सिया सी कि जून दे मई दे विच जिहड़े केस अपलाई होए सी एंड 22 जून तक जिहड़े केस मई तो लैके 22 जून तक जिहड़े केस अपलाई होए सी एम्बैसी च भेजे गए सी, उन्हां दे सारियां दा प्रोसैस डन कर दिता ऑलमोस्ट एम्बैसी ने, जिहड़े मेरे नाल जो वापर रहा। क्योंकि ये चीज़ गल बड़ी सबजैक्टिव होंदी आ, इहनूं यूनीवर्सल ट्रुथ ना लिया करो। हुण ये नहीं कह सकते कि मेरा केस भी लग्या सी जी, मेरा फलानी जगह तो लग्या सी, मेरा तो आया नहीं। डिपेंड करदा तुहाडा किस ऑफिसर कोले केस आ, तुहाडा जिहड़ा ऑफिसर आ किन्ना क बिजी आ एंड तुहाडे ऑफिसर ने तुहाडे केस दे उत्ते किन्ना क वर्कआउट करना। सो पर जैनरिक ओवरऑल ਜਿਹੜੇ केस 22 जून तो लैके 22 मई तक लॉज होए सी, उन्हां सारिਆਂ ਦੇ ਮੈਡੀਕਲਸ ਜਾਂ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਨੇ, ਆ ਰਹੇ ਨੇ ਰੈਗੂਲਰ ਰੂਟੀਨ ਦੇ ਵਿੱਚ। ਅਸੀਂ ਈਮੇਲਸ ਰਿਸੀਵ ਕਰ ਰਹੇ ਹਾਂ। ਸੋ ਆਪਾਂ ਉਹੀ ਕਹਿ ਸਕਦੇ ਹਾਂ 2.5-3 ਮਹੀਨਿਆਂ ਦੇ ਵਿੱਚ 2.5 ਤੋਂ ਲੈ ਕੇ 2 ਤੋਂ 2.5 ਮਹੀਨਿਆਂ ਦੇ ਵਿੱਚ ਦਰਮਿਆਨ ਉਹੀ 45 ਬਿਜ਼ਨਸ ਡੇਜ਼ ਦੇ ਵਿੱਚ ਐਮਬੈਸੀ ਰਿਜ਼ਲਟ ਦੇ ਦਿੰਦੀ ਆ, ਚਾਹੇ ਉਹ ਵਿਜ਼ਿਟਰ ਵੀਜ਼ਾ, ਚਾਹੇ ਉਹ ਓਪਨ ਵਰਕ ਪਰਮਿਟ ਆ। पर जिहड़ा पिछे जे कुछ समय के लिए काम रुकिया सीगा हुण तां करके जिन्ने मई तो लैके 22 जून तक हुण जाके उन्हां दे रिजल्ट्स होने शुरू होए ने। थोड़ा जिहा काम स्लो सीगा, कई वारी एम्बैसी दे विच वर्कलोड वध जांदा, तां जदों वर्कलोड वध जांदा तां जिहड़ा प्रोसैसिंग टाइम भी इनक्रीज़ हो जाता, क्योंकि काम तो हुण बंदियां नहीं करना है, तुहाडा केस तो इंसान ने पढ़ के प्रोसैस करना, डिपेंड करता उहदे कोले किन्ना क वर्कलोड आ। सो प्रोसैसिंग टाइम वाली जी गल आ, जे 3.5 महीने CIC ने लिखा होया तो 3.5 महीने असीं तुहानूं कहांगे। असीं ये नहीं कह सकते कि भी ਅਸੀਂ ਉਹਨਾਂ ਨਾਲੋਂ ਮੁਨਕਰ ਹੋ ਕੇ ਉਹਨਾਂ ਦੀ ਗੱਲ ਤੋਂ ਅਲੱਗ ਹੋ ਕੇ ਮੈਂ ਕੋਈ ਰੂਲ ਨਵਾਂ ਦੱਸ ਸਕਾਂ। ਸੋ ਇਹ ਗੱਲਾਂ ਕਦੇ ਵੀ ਮੈਟਰ ਨਹੀਂ ਕਰਦੀਆਂ ਹੁੰਦੀਆਂ, ਕਦੇ ਵੀ ਇਹਨਾਂ ਚੀਜ਼ਾਂ ਬਾਰੇ ਬਾਹਰ ਨਹੀਂ ਜੋੜ ਦਈਦਾ ਹੁੰਦਾ ਵੀ ਜਾ ਕੇ ਜਦੋਂ ਤੁਹਾਡਾ ਕੇਸ ਇੱਕ ਵਾਰੀ ਲੱਗ ਗਿਆ, ਜਦੋਂ VFS ਦੇ ਵਿੱਚ ਲੱਗ ਗਿਆ ਤੇ ਤੁਹਾਨੂੰ ਤੁਹਾਡਾ ਫਾਈਲ ਨੰਬਰ ਮਿਲ ਗਿਆ ਐਂਡ ਤੁਸੀਂ ਆਪਦੀ ਫਾਈਲ ਨੂੰ ਆਪ ਦੇਖ ਸਕਦੇ ਆ ਕਿ ਉਹਦਾ ਪ੍ਰੋਸੈਸ ਕਿੱਥੇ ਚੱਲ ਰਿਹਾ ਆ। CIC ਤੇ ਜਾ ਕੇ ਜਾਂ VFS ਦੀ ਸਾਈਟ ਤੇ ਜਾ ਕੇ ਜਾਂ VFS ਆਪਦਾ ਪੋਰਟਲ ਚੈੱਕ ਕਰ ਸਕਦੇ ਆ। ਤਾਂ ਸੇਮ ਹੀ ਚੀਜ਼ ਜੋ ਤੁਹਾਨੂੰ ਦਿਸ ਰਹੀ ਆ ਉਹੀ ਸਾਨੂੰ ਦਿਸ ਰਹੀ ਆ ਐਂਡ ਸਾਡਾ ਵੀ ਓਨਾ ਕੀ ਹੱਥ ਹੁੰਦਾ ਜਾਂ ਉਨੀ ਕੀ ਪਾਵਰ ਹੁੰਦੀ ਆ ਐਮਬੈਸੀ ਤੋਂ ਕੁਝ ਪੁੱਛਣ ਦੀ, ਜਿੰਨੀ ਕਿ ਤੁਹਾਡੇ ਕੋਲੇ ਹੁੰਦੀ ਆ। ਸੋ ਆਏ ਨਾ ਸਮਝਿਆ ਕਰੋ ਕਿ ਜੇ ਤੁਹਾਡੇ ਇਮੀਗ੍ਰੇਸ਼ਨ ਕੰਸਲਟੈਂਟ ਜੇ ਅਸੀਂ ਕੇਸ ਲਾਇਆ, ਸਾਡਾ ਤਾਂ ਕੰਮ ਇੰਨਾ ਕੀ ਹੁੰਦਾ ਵੀ ਅਸੀਂ ਤੁਹਾਡੀ ਐਜ਼ ਅ ਥਰਡ ਪਾਰਟੀ ਐਮਬੈਸੀ ਤੁਸੀਂ ਤੇ ਅਸੀਂ ਥਰਡ ਪਾਰਟੀ, ਸਾਡਾ ਮੇਨ ਕੰਮ ਹੁੰਦਾ ਵੀ ਅਸੀਂ ਤੁਹਾਡੇ ਪੇਪਰ ਰੈਡੀ ਕਰਕੇ VFS ਨੂੰ ਦੇਣੇ ਆ, ਤਾਂ ਜੋ ਇੱਕ ਪ੍ਰੋਫੈਸ਼ਨਲ ਲਈ ਤਰੀਕੇ ਦੇ ਨਾਲ, ਤਾਂ ਜੋ ਤੁਸੀਂ ਆਪਦੇ ਤੁਹਾਡਾ ਜਿਹੜਾ ਕੇਸ ਆ ਸਹੀ ਤਰੀਕੇ ਨਾਲ ਵੀਜ਼ਾ ਆਫਿਸਰ ਕੋਲੇ ਪਹੁੰਚੇ ਐਂਡ ਉਹਦੇ ਫਾਰਮਸ ਉਹਦੇ ਵਿੱਚ ਜਿਹੜਾ ਪੇਪਰ ਵਰਕ ਆ ਉਹ ਐਜ਼ ਪਰ ਦਾ ਰਿਕੁਆਇਰਮੈਂਟ ਆਫ CIC ਉੱਥੇ ਪਹੁੰਚੇ ਐਂਡ ਉਹਦੇ ਵਿੱਚ ਕੋਈ ਗਲਤੀ ਨਾ ਹੋਵੇ। ਸਾਡਾ ਕੰਮ ਇੱਥੇ ਆ ਕੇ ਖਤਮ ਹੋ ਜਾਂਦਾ। ਸੋ ਅਗਲੀ ਗੱਲ ਆਪਾਂ ਕਰਨੀ ਹੈ ਜੀ ਮੈਰਿਜ ਰਜਿਸਟ੍ਰੇਸ਼ਨ ਨੂੰ ਲੈ ਕੇ। ਬੜੇ ਹੀ ਉਲਝਣਾਂ ਦੇ ਵਿੱਚ ਫਸ ਜਾਂਦੇ ਹਾਂ ਅਸੀਂ ਜਦੋਂ ਅਸੀਂ ਇਹ ਕੇਸ ਪ੍ਰੋਸੈਸ ਕਰਨੇ ਹੁੰਦੇ ਆ। ਜਦੋਂ ਅਸੀਂ ਆਪਦਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ, ਮੈਰਿਡ ਹੋ ਕੇ ਕਰੀਏ ਜੀ, ਅਨਮੈਰਿਡ ਹੋ ਕੇ ਕਰੀਏ ਜੀ, ਬਾਅਦ 'ਚੋਂ ਵਿਆਹ ਰਜਿਸਟਰਡ ਕਰਾਈਏ ਜੀ, ਕੀ ਕਰੀਏ। ਜਿਵੇਂ ਮੈਂ ਹਮੇਸ਼ਾ ਦੀ ਤਰ੍ਹਾਂ ਹੀ ਇੱਕ ਗੱਲ ਕਹਿੰਦਾ ਹੁੰਦਾ ਵੀ ਜੇ ਤਾਂ ਤੁਹਾਡਾ ਵਿਆਹ ਦਾ ਮੇਨ ਮਨੋਰਥ ਵਿਆਹ ਵਾ, ਉਹਦੇ ਪਿੱਛੇ ਕੋਈ ਸਿਰਫ ਤੇ ਸਿਰਫ ਇਹੀ ਇੱਕ ਕੌਂਟਰੈਕਟ ਨਹੀਂ, ਕੋਈ ਲਾਲਚ ਨਹੀਂ, ਤਾਂ ਤੁਹਾਡਾ ਵਿਆਹ ਤੁਹਾਡੇ ਕੇਸ ਦੇ ਵਿੱਚ ਦਿੱਕਤ ਨਹੀਂ ਬਣ ਸਕਦਾ। ਕਿਉਂਕਿ ਅਸੀਂ ਸੰਜੋਗਾਂ ਨਾਲੋਂ ਸਿਆਣੇ ਨਹੀਂ, ਅਸੀਂ ਵਾਹਿਗੁਰੂ ਦੇ ਬਣਾਏ ਹੋਏ ਸੰਜੋਗਾਂ ਨਾਲੋਂ ਸਿਆਣੇ ਨਹੀਂ ਹੁੰਦੇ। ਉਹਨਾਂ ਚੀਜ਼ਾਂ ਨੂੰ ਨਹੀਂ ਪਲਾਨ ਕਰੀਦਾ ਹੁੰਦਾ, ਜੋ ਸਾਡੇ ਵਾਸਤੇ ਮਹਾਰਾਜ ਨੇ ਪਲਾਨ ਕੀਤਾ ਉਹ ਸਭ ਤੋਂ ਜ਼ਿਆਦਾ ਵਧੀਆ ਹੁੰਦਾ ਐਂਡ ਸਭ ਤੋਂ ਜ਼ਿਆਦਾ ਸਾਡੇ ਵਾਸਤੇ ਉਹ ਚੰਗਾ ਹੁੰਦਾ। ਐਂਡ ਜਦੋਂ ਉਹ ਐਂਡ ਵਿਆਹ ਸ਼ਾਦੀਆਂ ਦਾ ਜਿਹੜਾ ਸਿਸਟਮ ਆ ਉਹ ਸਾਰਾ ਸੰਯੋਗਾਂ 'ਤੇ ਹੀ ਨਿਰਭਰ ਹੁੰਦਾ ਐਂਡ ਉਹਦੇ ਵਾਸਤੇ ਬਾਹਲਾ ਜ਼ਿਆਦਾ ਕੰਪਲੀਕੇਸ਼ਨਸ ਪੈਣ ਦੀ ਲੋੜ ਨਹੀਂ ਹੁੰਦੀ। ਠੀਕ ਹੈ ਜੀ, ਕਿਉਂਕਿ ਗੌਰਮੈਂਟ ਕਦੇ ਨਹੀਂ ਕਹਿੰਦੀ ਕਿ ਅਨਮੈਰਿਡ ਨੂੰ ਹੀ ਸਟੂਡੈਂਟ ਵੀਜ਼ਾ ਮਿਲੂਗਾ ਜਾਂ ਮੈਰਿਡ ਨੂੰ ਨਹੀਂ ਮਿਲੂਗਾ। ਇਹ ਕਿਤੇ ਨਹੀਂ ਲਿਖਿਆ, ਨਾ ਹੀ ਐਸੀ ਕੋਈ ਅਪਡੇਸ਼ਨ ਮੈਂ ਹਜੇ ਤੱਕ ਦੇਖੀ ਆ। ਰਿਫਿਊਜ਼ ਸਿੰਗਲ ਕੈਂਡੀਡੇਟ ਦਾ ਵੀ ਹੋ ਕੇ ਆਉਂਦਾ ਅਤੇ ਵੀਜ਼ਾ ਮੈਰਿਡ ਬੱਚਿਆਂ ਵਾਲੇ ਦੇ ਵੀ ਲੱਗਦੇ ਆ, ਇਹ ਤੁਸੀਂ ਵੀ ਦੇਖਿਆ ਹੋਊਗਾ। ਫਿਰ ਜਦੋਂ ਇਹ ਚੀਜ਼ ਦੀ ਕੋਈ ਜਸਟੀਫਿਕੇਸ਼ਨ ਹੀ ਹੈ ਨਹੀਂ, ਇਸ ਚੀਜ਼ ਬਾਰੇ ਕੋਈ ਆਪਾਂ ਕਿਸੇ ਤੱਥ ਨੂੰ ਆਧਾਰ ਬਣਾ ਕੇ ਗੱਲ ਹੀ ਨਹੀਂ ਕਰ ਸਕਦੇ, ਤਾਂ ਫਿਰ ਇਹ ਐਵੇਂ ਜਬਲੀਆਂ ਹੀ ਹੁੰਦੀਆਂ ਨੇ, ਜਿੰਨੀਆਂ ਮਰਜ਼ੀ ਮਾਰੀ ਚੱਲੋ, ਜਿੰਨੀਆਂ ਮਰਜ਼ੀ ਮਾਰੀ ਜਾਣ ਬੈਠੇ ਲੋਕ।
ठीक है जी। मेरी तो हमेशा ही ये सोशल मीडिया राही तुहानूं यही सलाह हुंदी आ कि जे तुसीं विआह लई करा रहे हो तो करवाओ, अगे तुसीं उहदा फ्यूचर प्लान करन दे लई, चंगी लाइफ प्लान करन दे लई आस्ट्रेलिया जा रहे हो, कनेडा जा रहे हो, एक वक्खरी गल आ। ते आपदे सच बोल के केस अप्लाई करो। जे तुसीं मैरिड हो मैरिड शो करो, जे अनमैरिड हो अनमैरिड शो करो। पर जिवें मैं पहलां भी दस्सिया सी, कुछ केस इहो ਜਿਹੇ ਹੁੰਦੇ ने, कैंडीडेट का केस अंबैसी दे विच पिया हुंदा, हाई कमीशन कोले इन प्रोसैस हुंदा, उस दौरान विआह हो जाता, पर आपां हाई कमीशन नूं अपडेट नहीं करते। उस चीज़ नूं आपां ध्यान नाल समझना, उस चीज़ नूं आपां बड़े ही ध्यान नाल समझदारी नाल समझना आ कि CIC दी रिक्वायरमेंट आ, किसी भी गौरमेंट दी रिक्वायरमेंट आ भी जे तुहाडा केस इन प्रोसैस आ एंड तुहाडे स्टेटस दे विच, चाहे वो मैरिटल आ, चाहे वो कोई तुहाडा फैमिली स्टेटस आ, किसी भी स्टेटस दे विच तुहाडे कोई भी चेंजिज आउंदियां ने, तां ओह आपां हाई कमीशन नूं राइट अवे अपडेशन भेजणी आ विद प्रूफ। मतलब ब्याहे सी बच्चा हो गया, ब्याहे सी बच्चा हो गया तां आपां उहदा सर्टिफिकेट भेजना, बर्थ सर्टिफिकेट। अनमैरिड सी, मैरिड हो गए, ब्याह का सर्टिफिकेट भेजना। मैरिड सी, डाइवोर्स हो गया, डाइवोर्स सर्टिफिकेट भेजना। आपां अपडेशन आपां अपडेशन हाई कमीशन नूं पाउणा। दीप हरमन, कोई फायदा नहीं कनेडा आउण च, पैसे बनाउण च लगे आ तुसीं एजेंट। दीप हरमन जी सही है, तुसीं पैसे बनाउण लई काम करीदा वीरे, रोटी तो सारिਆਂ ने खानी है ना। तुसीं भी कोई ना कोई काम करते होंगे, तुसीं किहड़ा फ्री ऑफ कॉस्ट करते होंगे, है ना। तो बाकी आपां किहड़ा किसी नूं घरों जाके लैण आउंदे, लैण जाने आ पैसे बनाउण दे लई भी भाई आ जाओ तुहानूं कनेडा भेजीए। ऑफिस खोल के बैठे आ, लोकां नूं लोड़ आ, साडे कोले आउंदे ने, असीं उन्हां दी लोड़ पूरी करदे हां, साडी लोड़ पूरी करदे ने। एंड वीरे एक गल नूं ध्यान नाल समझिओ, डिमांड एंड सप्लाई का बिजनस हुंदा वीरे। जिद्दण डिमांड बंद हो गई ना, असीं शटर सट्ट के कोई होर काम कर लेना। इसलिए हमेशा ही कोशिश करो, पॉजिटिव एटीट्यूड रखो आपदा। तुसीं बड़े यंगस्टर बच्चे हो, नैगेटिव गल्लां नहीं करी दियां, पॉजिटिव गल्लां, ठीक है ना। थोड़े लिए कोई फायदा नहीं हो सकता, किसी लिए सारी जिंदगी ही कनेडा ते खड़ी हो सकती है। 6 लाख बंदा साडा कनेडा दे विच बैठा, अज MP MPPs बन गए, ठीक है। 1.25 लाख बंदा कल्ले मोगे जिले का बैठा, 1.25 लाख बंदा चंगी रोटी कमा रहा, चंगी रोजी कमा रहा, चंगी लाइफ स्टाइल जिउ रहा। तो बाकी वीरे प्लेट च पाई तो किते भी नहीं मिलती, पंजाब च थोड़ा टाइम मिल जाती है, माँ प्यो नूं कमाउणी तो हर थां पैंदी है, मेहनत तो हर थां करनी पैंदी है। तो असीं भी वीरे किहड़ा लुट्टां खोहां करते हैं सड़क ते खड़ के, मेहनत करते हैं। जदों लोग आपदियां रजाइयां च पए हुंदे आ ना, असीं उदों उठ के आपदा काम ते लग जांदे आ, एंड लोग रजाइयां च वड़ जांदे आ, असीं उदों भी हजे काम ते ही हुंदे आ। जदों आपां किसी लैवल ते पहुँचते हैं ना, किसी नूं इह कह देना तुसीं एजेंट पैसे कमाउण ते बैठे हो, वीरे दवानी नहीं दिंदा कोई किसी नूं मंगी, है ना। जे सानूं कोई बंदा पैसे दिंदा ना, पहलां आपदा लैवल जनरेट करना पैंदा उन्ना, फिर कोई तुहानूं पैसे दिंदा। चलो एनीवेज, हरेक बंदे दी आपदी सोच है। सक्सैस रेट, दूसरी जिहड़ी सब तो इंपॉर्टेंट चीज़ हुंदी है, सक्सैस रेट, जिहड़ी पुछी जाती है साडे तो आके भी वीज़ा सक्सैस रेट की चलती है। बड़ी सबजैक्टिव क्वेश्चन आ, बड़ा ही सबजैक्टिव। एक बंदे की किस्मत दूसरे बंदे की किस्मत दे नाल मिलाई नहीं जा सकती। देखो केस सेम ही होंदे ने, एक दा वीज़ा आउंदा, एक दी रिफ्यूज़ल हुंदी आ। ध्यान नाल सुणिओ, एक दा केस दो बंदे केस अप्लाई कर रहे ने ओपन वर्क परमिट, एक दा वीज़ा आ जांदा, एक दी रिफ्यूज़ल आ जांदी आ। की कारण? वाहिगुरू दी मर्जी तो बिना असीं घरों नहीं निकल सकते। ये तो 14,000 किलोमीटर जाना जहाज़ च बैठ के। दाना पानी खेड़ आ, दाना पानी की खेड़ आ। ये महाराज दी बाणी च लिखिया होया, नक नत खसम हत किरत धक्के दे, जहाँ दाने तहाँ खाने नानका सच्चे। ये आखिरी चीज़ आ। ये मैं हरेक बंदे नूं कहना, अपना फर्ज आ मेहनत करना, पेपर रेडी करने। साडा काम मेहनत नाल पेपरां नूं सीक्वेंस वाइज करके जिथे तुहाडे लूप होल्स ने उन्हां नूं बंद करके केस नूं एम्बैसी दे विच भेजना। अगे जो दाते दी मर्जी आ वो हुंदा। जे तुसीं मेरे कोले चल के आए हो, तुसीं मेरियां अपडेशनस देखते होंगे सोशल मीडिया के उत्ते, इसे माध्यम राही फेसबुक के माध्यम राही 100 ओपन वर्क परमिट डन हो गया। नवा एक अज ही 5 वीजे आए ओपन वर्क परमिट दे। वो एक प्रमोशन करने वाली गल आ। तुसीं मेरे कोले आके गल करोगे, सर तुहाडे किन्ने वीजे लगे आ, मैं कह दूंगा जी 100 लगे आ। जे मेरे कोले 100 वीज़ा लग्या होया तो यदा मतलब ये नहीं है जिहड़ा मैं 101वां अप्लाई करूँगा वह भी वीज़ा ही आऊगा।
ये जरूरी नहीं है। ये तो डिपेंड करता अपना काम की आ। पहली गल तां असल दे विच जो मैं गल कहना हुन्ना भी असीं ऑथोराइज्ड ही नहीं हैगे वीज़ा बारे कोई गल करन दी। असीं तां ऑथोराइज्ड ही नहीं हैगे। कोई भी एजेंट ऑथोराइज्ड नहीं हैगा भी वो वीज़ा बारे गल करे तुहाडे नाल, क्योंकि वीज़ा अंबैसी दे हत्थ आ, अंबैसी ऑफिसर दे हत्थ आ। साडा असीं किस चीज़ ते गल कर सकदे हां? असीं गल कर सकदे हां पेपर वर्क नूं लैके, आपदे एक्सपीरियंस जिन्नी कि सानूं नॉलेज आ उस मुताबक अंबैसी नूं की डिमांड आ उहदे मुताबक पेपर रैडी करके अगे भेजने, फॉर्म फिल करने तरीके दे नाल। ये सारियां चीज़ां नूं ध्यान च रखदे होए तां जो तुहाडा केस एक वधिया ऑर्गेनाइज्ड वे दे नाल उहदी प्रैजेंटेशन आ जिहड़ी अट्रैक्टिव होवे एंड वीज़ा ऑफिसर नूं थोड़ी फाइल पढ़ के गुस्सा ना आवे, उहनूं चंगा लगे भी हाँ वधिया तरीके नाल फाइल अपलाई कीती आ। एंड जदों फाइल पढ़े तां उहदा जिहड़ा एटीट्यूड आ तुहाडी फाइल नूं लैके तुहाडे प्रोफाइल नूं लैके पॉजिटिव रवे। ये अपनी मेहनत आ, पहली मेहनत उह च तुहाडी आ, दूसरी मेहनत साडी आ। शायद तुसीं सक्सैस रेट नूं लैके गल समझ गए होंगे। सो कदे भी जाके किसी एजेंट तो जाके ये ना पुछो भी किन्नी सक्सैस रेट चलती है। हुण जे मैं 100 केस अपलाई किया 100 का 100 निकलिया, मैं कहूँगा जी 100% ही चलती है ना। तो यदा मतलब ये नहीं है भी ਜਿਹੜੇ ਗਾਂਹ ਵਾਲੇ भी मैं केस लाऊंगा सारिਆਂ ਦੇ ਵੀਜ਼ੇ ही आ जाएंगे। इसलिए मेरे वीर मेरियां भैणां सारे ध्यान नाल रखो भी अपना जिहड़ा मेन काम हैगा आपां समझना भी किहड़े बंदे दी किन्नी को औकात आ। मतलब जे तुसीं मेरे कोले आए हो तो तुहानूं ये समझना पऊगा भी ये एक रिप्रैजेंटेटिव आ साडी फाइल दा, ये करता धरता नहीं है साडी फाइल दा भी जे कहता जे इहने गुरमलब सिंह डल्ला दी फाइल लाती तो जी वीज़े ऐ डन हो के आने ने। नहीं, अपनी किहड़ा कोई मासी दा पुत्त बैठा अंदर भी उहने कहना भी गुरमलब सिंह दा रिप्रैजेंटेटिव फॉर्म लग्या होया तां जां इहदे वल्लों फाइल पाई गई है तो भेज दो वीज़ा। नहीं, फाइल प्रोफाइल के आधार पर लगना। एंड सब तो वड्डी गल महाराज ने तुहाडी किस्मत च की लिखिया उहदे आधार पर लिखना। अगला जिहड़ा सवाल पुछया जांदा ऑनलाइन अपलाई करिए या पेपर वीज़ा अपलाई करिए। हुण मेरी गल नूं ध्यान नाल समझ लो, जिथों तक अज जो मैं एक गल कहण लग्या, मैं ये नहीं कहता कि मैनूं बहुत ज़्यादा एक्सपीरियंस हो गया, मैं भी हजे नवां ही इंडस्ट्री दे विच, पर मैं एक गल हमेशा तुहानूं सब नूं ही कहूँगा जिहड़े मेरे वीर अज इस प्रोफैशन दे विच आ रहे ने, आपां एक चीज़ नूं बड़ी ध्यान नाल समझना भी ये काम ना बड़ा सेंसिटिव काम आ। इमीग्रेशन का, स्टूडेंट वीज़ा का, विजिटर वीज़ा का, PR नाल रिलेटेड ये सारे बड़े ही सेंसिटिव काम ने। सेंसिटिव क्यों ने? क्योंकि किसी स्टूडेंट का, किसी बच्चे का, किसी का भी एक फ्यूचर खड़ा होंदा जदों केस अपलाई करना होंदा। एंड जरूरी नहीं है कि रिफ्यूजल आ जाने नाल उहदा फ्यूचर तबाह हो जाता, पर हाँ प्रोफाइल नूं गलत मलत तरीके दे नाल प्रेजेंट करन दे नाल ਜਦੋਂ ਉਹਨਾਂ ਤੇ बैन आ जाता या कोई गलत इन्फॉर्मेशन अंबैसी ਦੇ ਵਿੱਚ चली जाती है ਜਿਹੜੀ ਉਹ एक्यूरेट नहीं हैगी या ਜਿਹੜੀ ਨੂੰ ਉਹ जस्टिफाई नहीं कर पाਉਂਦਾ, ਤਾਂ ਉਹ ਸਾਰੇ ਦੀ ਹਮੇਸ਼ਾ ਦੀ ਹਮੇਸ਼ਾ ਉਹ ਜਿਹੜੀ ਸੇਮ ਇੱਕ ਵਾਰੀ ਤੁਸੀਂ ਭੇਜ ਦਿੰਦੇ ਹੋ ਫਾਈਲ ਬਣਾ ਕੇ ਉਹਦਾ ਪ੍ਰੋਫਾਈਲ ਹਮੇਸ਼ਾ ਦੇ ਲਈ ਅੰਬੈਸੀ ਦੇ ਵਿੱਚ ਰਹਿ ਜਾਂਦਾ। ਇਸ ਲਈ ਜਦੋਂ ਆਪਾਂ ਇਹ ਕੰਮ ਕਰਨਾ ਕਿਸੇ ਦੀ ਫਾਈਲ ਨੂੰ ਰੈਡੀ ਕਰਕੇ ਅੰਬੈਸੀ ਦੇ ਵਿੱਚ ਭੇਜਣਾ ਤਾਂ ਆਪਣਾ ਹਮੇਸ਼ਾ ਜ਼ੋਰ ਰਹਿਣਾ ਚਾਹੀਦਾ ਇਸ ਚੀਜ਼ ਵੱਲ, ਇਸ ਚੀਜ਼ ਦੇ ਉੱਪਰ ਕਿ ਅਸੀਂ ਡਾਕੂਮੈਂਟੇਸ਼ਨ एंड बच्चे के प्रोफाइल नूं बड़े ही तरीके दे नाल प्रेजेंट करिए अंबैसी मूरे। मैनिपुलेशन, नकली डॉक्यूमेंटेशन, फेक डॉक्यूमेंटेशन, फॉर्म भरन दे विच अनगहली, ये चीज़ां नूं अवॉइड करिए। कई बार असीं अनगहली नहीं करते हुंदे, साडे कोल ट्रेनिंग की कमी हुंदी है। मैं उन्हां वीरां दी गल करदा, उन्हां यंगस्टर्स की गल करदा जिहड़े इस फील्ड दे विच आ रहे ने, कैनेडा च बैठे ने, ICCRC रैगूलेटरी कौंसल का टैसट क्लीयर करके उत्थे पहुँच रहे हैं। देखो टैसट आ ना जिहड़ा वो पढ़ के क्लीयर हो जाता, टैसट है ना जिहड़ा वो पढ़ के क्लीयर हो जाता। हुण गल एक सिंपल जट्टां वाली भाषा च तुहानूं समझाउणा बई लाइसेंस जदों असीं ट्रक का लाइसेंस लैंदे ना कनेडा दे विच वो सानूं ऑटो ते ही दवा दिंदे आ। ऑटो कार वांगू चलदा वो ट्रक, अजकल ईजी हो गया उत्थे ऑटो ट्रक चलते हैं, वो भी उन्होंने कहता भी तुसीं, पर कंपनियां कोले जिहड़ा ट्रक ना वो मैनुअल आ सारे, तो कंपनी वाले कहिंदे भी है भी बिना क्लच दबे गेयर पाउणा, तो वो जिहड़ा वो चीज़ है ना वो सीखनी है जिहड़ी वो एक्सपीरियंस नाल आउणी है। उवें ही सेम ही इस फील्ड दे विच भी जदों ICCRC क्लीयर करनी है ना जिहड़ी वो पेपर दे के पढ़ के असाइनमेंट्स बना के क्लीयर हो जानी है। पर फाइल की प्रेजेंटेशन, क्लाइंट सैटिस्फैक्शन, नॉलेज, ये सारा कुछ किताबां पढ़ के नहीं आउंदी, ये धक्के खा के
ਕਿਸੇ ਗੁਰੂ ਨੂੰ ਧਾਰ ਕੇ ਉਹਦੀਆਂ ਗਾਲਾਂ ਸੁਣ ਕੇ ਵੱਧ ਤੋਂ ਵੱਧ ਕੇਸਾਂ ਦੇ ਗੋ ਥਰੂ ਹੋ ਕੇ ਫੇਰ ਆਉਂਦੀ ਆ। ਜਿਹੜੇ ਮੇਰੇ ਵੀਰ ਭੈਣਾਂ ਨਵੇਂ ਨੇ ਇਸ ਫੀਲਡ ਦੇ ਵਿੱਚ, ਜਦੋਂ ਵੀ ਤੁਸੀਂ ਕਲਾਇੰਟ ਦਾ ਕਿਸੇ ਦਾ ਕੇਸ ਫੜਦੇ ਹੋ, ਪਲੀਜ਼ ਪਹਿਲਾਂ ਤਾਂ ਟ੍ਰੇਨਿੰਗ ਕਰ ਲਓ 6-8 ਮਹੀਨੇ ਕਿਸੇ ਵਧੀਆ ਐਕਸਪੀਰੀਅੰਸਡ ਬੰਦੇ ਅੰਡਰ, ਤਾਂ ਜੋ ਤੁਸੀਂ ਉਹਨਾਂ ਦੀ ਲਾਈਫ ਨਾਲ ਕੋਈ ਵੀ ਖਿਲਵਾੜ ਨਾ ਕਰੋ। ਤੇ ਜੇ ਤੁਸੀਂ ਟ੍ਰੇਨਿੰਗ ਤੋਂ ਬਾਅਦ ਵੀ ਕਿਤੇ ਵੀ ਤੁਹਾਨੂੰ ਡਾਊਟ ਲੱਗਦਾ ਨਾ, ਜੇ ਤੁਸੀਂ ਕੇਸ ਫੜ ਲਿਆ ਤਾਂ ਉਹਦੇ ਤੇ ਜਲਦਬਾਜ਼ੀ ਨਾ ਕਰੋ ਉਹਨੂੰ ਲੌਂਚ ਕਰਨ ਦੀ, ਉਹਦੇ ਤੇ ਥੋੜ੍ਹਾ ਜਿਹਾ ਵਰਕਆਊਟ ਕਰ ਲਓ, ਕਿਉਂਕਿ ਘੱਟੋ ਘੱਟ ਬਹੁਤੇ ਨਹੀਂ ਤਾਂ 50 ਤੋਂ 55 ਕੇਸ 50 ਤੋਂ 55 ਕੇਸ ਰਿਫਿਊਜ਼ਡ ਮੇਰੇ ਕੋਲੇ ਪਹੁੰਚੇ ਨੇ, ਜਿਨ੍ਹਾਂ ਦਾ ਕਾਰਨ ਪਤਾ ਕੀ ਸੀ? ਇੱਕ ਸਿੰਪਲ ਕਾਰਨ ਸੀ, ਬੇਸਿਕ ਕਾਰਨ ਸੀ ਕਿ ਉਹ ਜਿਹੜਾ ਕਾਲਜ ਸੀ ਨਾ, ਉਹ ਕਾਲਜ ਐਲੀਜੀਬਲ ਨਹੀਂ ਸੀਗਾ। ਜਿਹੜਾ ਕੈਂਡੀਡੇਟ ਉੱਥੇ ਪੜ੍ਹ ਰਿਹਾ ਉਹਦੇ ਕੋਲ ਹੀ ਵਰਕ ਰਾਈਟਸ ਹੈ ਨਹੀਂ ਗੇ। ਜਦੋਂ ਉਹਦੇ ਕੋਲੇ ਵਰਕ ਰਾਈਟਸ ਹੈ ਨਹੀਂ ਤਾਂ ਓਪਨ ਵਰਕ ਪਰਮਿਟ ਦੇ ਸਪਾਊਸ ਨੂੰ ਕਿੱਥੋਂ ਮਿਲ ਜੂਗਾ? ਹੁਣ ਦੇਖੋ, ਸਭ ਤੋਂ ਬੇਸਿਕ ਇਨਫੋਰਮੇਸ਼ਨ ਹੈ। ਜੇ ਉਹਦੇ ਕਰਕੇ ਅਸੀਂ 50-55 ਕੇਸ ਰਿਫਿਊਜ਼ ਕਰਵਾਏ ਹੋਏ ਮੇਰੇ ਕੋਲ ਤੱਕ ਪਹੁੰਚੇ ਨੇ, ਤਾਂ ਸਮਝ ਲਓ ਵੀ ਆਪਾਂ ਕਿੰਨਾ ਗਲਤ ਤਰੀਕੇ ਦੇ ਨਾਲ ਆਪਾਂ ਕੇਸ ਅਪਲਾਈ ਕੀਤੇ ਨੇ। ਸੋ ਔਨਲਾਈਨ ਮੈਂ ਫਾਈਲ ਨਹੀਂ ਅਪਲਾਈ ਕਰਦਾ, ਤੇ ਜੇ ਮੈਂ ਨਹੀਂ ਅਪਲਾਈ ਕਰਦਾ ਤਾਂ ਮਤਲਬ ਇਹ ਨਹੀਂ ਹੈ ਵੀ ਇਹ ਸਹੀ ਨਹੀਂ ਹੈਗਾ ਪ੍ਰੋਸੈਸ। ਦੇਖੋ ਸਹੀ ਹੈ, ਜੇ ਗਵਰਨਮੈਂਟ ਨੇ ਜੇ ਅਪਲਾਈ ਹੁੰਦੀ ਹੈ ਤਾਂ ਇਟ ਮੀਨ CIC ਨੇ ਕੁਝ ਦੇਖ ਕੇ ਬਣਾਇਆ, ਪਰ ਮੇਰੇ ਕੁਝ ਆਪਦੇ ਲੌਜਿਕਸ ਨੇ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਆਪਾਂ ਹਮੇਸ਼ਾ ਪੇਪਰ ਵੀਜ਼ਾ ਅਪਲਾਈ ਕਰਦੇ ਹਾਂ, ਉਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇੱਕ ਇਹ ਆ ਕਿ ਦੇਖੋ ਫਾਈਲ ਜਿਹੜੀ ਓਪਨ ਵਰਕ ਪਰਮਿਟ ਦੀ ਫਾਈਲ ਹੈ ਨਾ, ਆਪਣਾ ਕੀ ਕਹਿੰਦੇ ਹੁੰਦੇ ਆ, ਜਿਹੜੀ ਓਪਨ ਵਰਕ ਪਰਮਿਟ ਦੀ ਫਾਈਲ ਹੈ ਨਾ, ਉਹ ਟੋਟਲੀ ਬੇਸਡ ਆ ਰਿਲੇਸ਼ਨਸ਼ਿਪ ਦੇ ਉੱਤੇ। ਅੰਬੈਸੀ ਸਭ ਤੋਂ ਪਹਿਲੀ ਜਿਹੜੀ ਚੀਜ਼ ਜੱਜ ਕਰਦੀ ਆ, ਉਹ ਇਹ ਜੱਜ ਕਰਦੀ ਆ ਕਿ ਤੁਹਾਡਾ ਜਿਹੜਾ ਸਪਾਊਸ ਕੈਨੇਡਾ ਪੜ੍ਹ ਰਿਹਾ ਤੇ ਤੁਹਾਡੀ ਜਿਹੜੀ ਮੈਰਿਜ ਆ ਉਹਦੇ ਨਾਲ ਉਹ ਕਿਤੇ ਕੰਟਰੈਕਚੁਅਲ ਤਾਂ ਨਹੀਂ ਹੈ, ਉਹ ਸਹੀ ਆ। ਜੇ ਉਹ ਸਹੀ ਆ ਤਾਂ ਉਹਨੂੰ ਤੁਸੀਂ ਪ੍ਰੂਫ ਕਰੋ। ਹੁਣ ਪ੍ਰੂਫ ਕਰਨ ਦੇ ਲਈ ਅਸੀਂ 100 ਤਰ੍ਹਾਂ ਦੀ ਡਾਕੂਮੈਂਟੇਸ਼ਨ ਕਰਦੇ ਹਾਂ, ਤੇ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਔਨਲਾਈਨ ਇੰਨੀ ਡਾਕੂਮੈਂਟੇਸ਼ਨ ਸਬਮਿਟ ਕਰਾਉਣੀ ਬਹੁਤ ਟਫ ਆ। ਇਸ ਲਈ ਮੈਂ ਸਾਰੇ ਹੀ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਬੇਨਤੀ ਕਰਦਾ ਕਿ ਪੇਪਰ ਵੀਜ਼ਾ ਅਪਲਾਈ ਕਰੋ ਓਪਨ ਵਰਕ ਪਰਮਿਟ ਦਾ, ਚੰਗਾ ਰਿਜ਼ਲਟ ਮਿਲੂਗਾ। ਤੁਸੀਂ ਕਰਕੇ ਦੇਖੋ। ਕਿਉਂਕਿ ਫਾਈਲ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਔਰਗੇਨਾਈਜ਼ ਕਰ ਸਕਦੇ ਹਾਂ, ਐਂਡ ਉਹਦਾ ਜਿਹੜਾ ਪੇਪਰ ਵਰਕ ਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ, ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਅਸੀਂ ਔਰਗੇਨਾਈਜ਼ ਕਰ ਸਕਦੇ ਹਾਂ। ਐਂਡ ਉਹਦੀ ਜਿਹੜੀ ਐਕਸਪਲੇਨੇਸ਼ਨ ਆ ਮੈਰਿਜ ਦੀ, ਉਹਦੇ ਜਿਹੜੇ ਪ੍ਰੂਫਸ ਆ ਮੈਰਿਜ ਨਾਲ ਸੰਬੰਧਿਤ, ਅਸੀਂ ਬਹੁਤ ਸੋਹਣੇ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੇ ਹਾਂ ਐਮਬੈਸੀ ਆਫਿਸਰ ਦੇ ਮੂਹਰੇ। ਉਹ ਆਪਾਂ ਔਨਲਾਈਨ ਉਹਨਾਂ ਨਹੀਂ ਪ੍ਰੋਸੈਸ ਕਰ ਸਕਦੇ। ਔਨਲਾਈਨ ਤੁਸੀਂ ਕਿੰਨੇ ਕੁ ਡਾਕੂਮੈਂਟਸ ਆ ਜਿਹੜੇ ਤੁਸੀਂ ਔਨਲਾਈਨ ਅਪਡੇਟ ਕਰ ਦੋਗੇ, ਅਪਲੋਡ ਕਰ ਦੋਗੇ। ਸਭ ਤੋਂ ਵੱਡੀ ਪ੍ਰੋਬਲਮ ਤਾਂ ਅਪਲੋਡਿੰਗ ਦੀ ਹੋਈ ਆ। ਸੋ ਜਦੋਂ ਅਪਲੋਡ ਹੀ ਨਹੀਂ ਹੋਣੇ ਡਾਕੂਮੈਂਟ ਤਾਂ ਐਮਬੈਸੀ ਆਫਿਸਰ ਕੋਲੇ ਪਹੁੰਚੂਗਾ ਕੀ? ਕਿੱਥੇ ਆਪਾਂ ਫਾਈਲ ਪ੍ਰੋਪਰ ਬਣਾ ਕੇ, ਪੇਪਰ ਵਰਕ ਬਣਾ ਕੇ ਐਮਬੈਸੀ ਆਫਿਸਰ ਦੇ ਮੂਹਰੇ ਰੱਖ ਦੇਣਾ। ਇਸ ਲਈ ਇਹ ਹੋ ਸਕਦਾ ਮੇਰੇ ਆਪਦੇ ਲੌਜਿਕਸ ਹੋਣ, ਪਰ ਮੈਂ ਜਿੰਨਾ ਕੁ ਐਕਸਪੀਰੀਅੰਸ ਕੀਤਾ ਹੁਣ ਤੱਕ, ਮੈਂ ਹਮੇਸ਼ਾ ਹੀ ਇਹ ਕਹਿਣਾ ਕਿ ਪੇਪਰ ਵਰਕ ਹੀ ਅਪਲਾਈ ਕਰੋ, ਪੇਪਰ ਵੀਜ਼ਾ ਹੀ ਅਪਲਾਈ ਕਰੋ। ਸੋ ਆਲਮੋਸਟ ਮੈਂ ਸਾਰੇ ਹੀ ਗੱਲਾਂ ਜੋ ਮੇਰੇ ਕੋਲੇ ਆਪਣੇ ਕੋਲੇ ਜਿੰਨੇ ਵੀ ਪਹੁੰਚੇ ਸੀਗੇ ਤੁਹਾਡੇ ਕੁਐਸਚਨ ਸੀਗੇ, ਉਹ ਸਾਰੇ ਹੀ ਮੈਂ ਆਲਮੋਸਟ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਰਹਿ ਗਿਆ ਹੋਇਆ ਤਾਂ ਤੁਸੀਂ ਮੈਨੂੰ ਇਨਬਾਕਸ ਕਰ ਸਕਦੇ ਹੋ ਜਾਂ ਥੱਲੇ ਭੇਜ ਸਕਦੇ ਹੋ। ਆਪਾਂ ਉਹਨੂੰ ਕੀ ਕਹਿੰਦੇ ਹੁੰਦੇ, ਕੋਸ਼ਿਸ਼ ਕਰਾਂਗੇ ਆਪਾਂ ਅੱਗੇ ਵੀ ਤੁਹਾਨੂੰ ਉਹਦੇ ਰਿਲੇਟਡ ਅਪਡੇਸ਼ਨਸ ਦਿੰਦੇ ਰਹੀਏ। ਸੰਧੂ ਪਰਮ, ਅਨਪੜ੍ਹ ਬੰਦਾ, ਧੰਨਵਾਦ ਸੰਧੂ ਸਾਹਿਬ। ਵੀਰੇ ਜੱਟਾਂ ਦੇ ਪੁੱਤਾਂ, ਜ਼ਿਮੀਂਦਾਰਾਂ ਦੇ ਇੱਥੇ ਪਹੁੰਚੇ ਆ ਮਿਹਨਤ ਕਰਕੇ। ਬਾਕੀ ਮਹਾਰਾਜਾ ਭੰਜਾਉਣ ਵਾਲਾ ਤਾਂ ਤੁਹਾਨੂੰ ਪਤਾ ਹੈ ਨਾ, ਕਈ ਵਾਰੀ ਪੜ੍ਹੇ ਲਿਖੇ ਵੀ ਵਿਚਾਰੇ ਡਿਗਰੀਆਂ ਲੈ ਕੇ ਸੜਕਾਂ 'ਤੇ ਪੁਲਿਸ ਵਾਲਿਆਂ ਦੀਆਂ ਡਾਂਗਾ ਖਾਈ ਜਾਂਦੇ ਆ। ਕਈ ਵਾਰੀ ਮੇਰੇ ਵਰਗਾ ਅਨਪੜ੍ਹ ਵੀ 15 ਆਫਿਸ ਖੋਲ੍ਹ ਕੇ ਤੇ ਗੱਲ ਜਦੋਂ ਕਰਦਾ ਤਾਂ 200-250 ਬੰਦਾ ਉਹਨੂੰ ਲਾਈਵ ਸੁਣ ਰਿਹਾ ਹੁੰਦਾ। ਇਹ ਤਾਂ ਆਪਦੀ ਕਿਸਮਤ ਆ, ਹੈ ਨਾ, ਹਰੇਕ ਬੰਦਾ ਆਪਦੀ ਕਿਸਮਤ ਲੈ ਕੇ ਆਉਂਦਾ। ਬਾਕੀ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਸੰਧੂ ਪਰਮ। ਸਾਡੀ ਔਕਾਤ ਯਾਦ ਕਰਾਉਂਦੇ ਰਿਹਾ ਕਰੋ, ਕਿਉਂਕਿ ਕਹਿੰਦੇ ਹੁੰਦੇ ਵੀ ਜਦੋਂ ਤੁਹਾਡੇ ਵਰਗਾ ਵੀਰ ਇੱਕ ਅੱਧਾ ਕੋਈ ਜਿਹਾ ਮੈਸੇਜ ਪਾਉਂਦਾ ਤਾਂ ਆਪਦੀ ਔਕਾਤ ਚੇਤੇ ਆ ਜਾਂਦੀ। ਉਹਦੇ ਨਾਲ ਇਨਸਾਨ ਥੋੜ੍ਹਾ ਜਿਹਾ ਲੈਵਲ 'ਚ ਰਹਿੰਦਾ, ਜ਼ਿਆਦਾ ਪੈਰ ਨਹੀਂ ਛੱਡਦਾ। ਅਮਨ ਪੰਨੂ ਜੀ ਸਤਿ ਸ਼੍ਰੀ ਅਕਾਲ। ਰਿਸਪੈਕਟਡ ਅੱਲਾ ਸਾਹਿਬ, ਕੱਲ੍ਹ ਦਾ ਗੁੱਸਾ ਤਾਂ ਨਹੀਂ ਕੀਤਾ? ਉਹ ਵੀਰੇ ਕੋਈ ਪ੍ਰੋਬਲਮ ਹੀ ਹੈ ਨਹੀਂ ਯਾਰ, ਤੁਸੀਂ ਸਾਨੂੰ ਅਪਡੇਟ ਕੀਤਾ ਵੀ ਤੁਸੀਂ ਸਾਨੂੰ ਸਾਡੇ ਸੌਰੀ ਕਈ ਵਾਰੀ ਥੋੜ੍ਹਾ ਜਿਹਾ ਡਿਸਟਰੈਕਟ ਕਰ ਦਿੰਦੇ ਨੇ ਕੁਝ ਬੰਦੇ ਵੈਸੇ ਹੀ ਮੈਸੇਜ ਕਰਕੇ। ਆਪਾਂ ਕੀ ਕਹਿੰਦੇ ਹੁੰਦੇ ਆ, ਤੁਸੀਂ ਮੈਨੂੰ ਦੱਸਿਆ ਸਾਡੀ ਕਮਜ਼ੋਰੀ ਬਾਰੇ, ਤੁਸੀਂ ਸਾਡੇ ਆਫਿਸ ਆਏ ਅਤੇ ਤੁਹਾਡੇ ਕਰਕੇ ਆਫਿਸ ਚੱਲਦੇ ਨੇ। ਜੇ ਤੁਹਾਨੂੰ ਵੀ ਨਹੀਂ ਪਾਣੀ ਪੁੱਛਣਗੇ ਤਾਂ ਵੀਰੇ ਫਿਰ ਹੋਰ ਕਿਹਨੂੰ ਪੁੱਛਣਗੇ? ਮੈਂ ਕੱਲ੍ਹ ਇਹ ਚੀਜ਼ ਕਹੀ ਆਪਦੇ ਸਟਾਫ ਨੂੰ ਵੀ ਜੇ ਮੈਂ ਆਫਿਸ ਆਉਣਾ ਨਾ, ਮੈਨੂੰ ਭਾਵੇਂ ਪਾਣੀ ਨਾ ਪੁੱਛਿਆ ਕਰੋ, ਮੇਰੇ ਕੋਲ ਆਪਦੀ ਬੋਤਲ ਹੁੰਦੀ ਆ।
ਆਪਦੇ पानी लैके आउना, पर मेरे क्लाइंट्स जिहड़े आउंदे ने उन्हां करके अपनी रोजी रोटी चलदी है, उन्हां करके इन्ने वड्डे वड्डे ऑफिस चलदे ने। ते कदे भी इस चीज़ का गुस्सा नहीं होऊगा वीरे। होर भी कदे कोई कंप्लेंट होवे तां जरूर दस्सिओ। धन्नवाद। इन्ना कहंदा हखे मदा दर्शकां जी, सत श्री अकाल।